हाँ जी राजे, अज आप पढ़ांगे फिजिकल सिग्निफिकेंस ऑफ इलैक्ट्रिक डायपोल। फिजिकल सिग्निफिकेंस ऑफ इलैक्ट्रिक डायपोल। ठीक है जी। फिजिकल सिग्निफिकेंस ऑफ इलैक्ट्रिक डायपोल की हुंदा, जिवें तुसीं लास्ट लैक्चर दे विच पढ़िया सी ना कि इलैक्ट्रिक डायपोल की हुंदा कि दो अपोजिट चार्जिस नूं सम सैपरेशन ते रख दो, वो सैपरेशन तुसीं लैनी है 2a। ये बन जाता एक इलैक्ट्रिक डायपोल। जिहड़ी इलैक्ट्रिक डायपोल मूवमेंट है वो की पढ़ी सी आपां, प्रोडक्ट ऑफ ईच चार्ज एंड सैपरेशन। इनू की कह दिंदे आपां इलैक्ट्रिक डायपोल मूवमेंट, जिहदी यूनिट की पढ़ी सी आपां कूलम मीटर। ये की एक वैक्टर क्वांटिटी है, ये आपां लास्ट लैक्चर दे विच पढ़िया सी। ठीक है राजे, अज आप पढ़ना कि फिजिकल सिग्निफिकेंस की है। इहदा फिजिकल सिग्निफिकेंस का मतलब है कि यूज़ कित्थे हुंदा है। ये यूज़ हुंदा जे आपां स्टडी करना होवे इलैक्ट्रिकल फिनोमेनन इन मैटर। इलैक्ट्रिकल फिनोमेनन इन मैटर। हुण मैटर तुहानूं पता वा काहदा बनिया हुंदा मैटर, एटम दा जां फिर मॉलीक्यूल्स दा। मॉलीक्यूल्स ते एटम दे विच की हुंदा वा, पॉजिटिव न्यूक्लियाई हुंदे आ, इलैक्ट्रॉन्स हुंदे आ। ठीक है, ਜਿਹੜੇ ਤਾਂ ਮੋਲੀਕਿਊਲਸ ਦੇ ਵਿੱਚ ਪੋਜ਼ਿਟਿਵ ਚਾਰਜ ਨੈਗੇਟਿਵ ਨੂੰ, ਸੈਂਟਰ ਆਫ ਪੋਜ਼ਿਟਿਵ ਚਾਰਜ ਨੈਗੇਟਿਵ ਨੂੰ ਕੀ ਕਰ ਜੇ, ਕੋਨਸਾਈਡ ਕਰ ਜਾਵੇ, ਉਹ ਜਿਹੜੇ ਮੋਲੀਕਿਊਲਸ ਆ ਉਹਨਾਂ ਨੂੰ ਕੀ ਕਹਿ ਦਿੰਦੇ ਆਪਾਂ, ਨੌਨ ਪੋਲਰ ਮੋਲੀਕਿਊਲਸ। ਨੌਨ ਪੋਲਰ ਮੋਲੀਕਿਊਲਸ ਤੇ ਜਿਨ੍ਹਾਂ ਦੇ ਵਿੱਚ ਪੋਜ਼ਿਟਿਵ ਨੈਗੇਟਿਵ ਨੂੰ ਕੋਨਸਾਈਡ ਨਾ ਕਰੇ, ਡੂ ਨੋਟ ਕੋਨਸਾਈਡ, ਉਹਨਾਂ ਮੋਲੀਕਿਊਲਸ ਨੂੰ ਆਪਾਂ ਕਹਿ ਦਿੰਦੇ ਆ ਪੋਲਰ ਮੋਲੀਕਿਊਲਸ, ਕਿ ਉਹਨਾਂ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੇ ਵਿੱਚ ਕੀ ਹੁੰਦੀ ਆ, ਸੈਪਰੇਸ਼ਨ ਹੁੰਦੀ ਆ। ਫੋਰ ਐਗਜ਼ਾਮਪਲ ਆਪਣੇ ਕੋਲੇ HCl, ਇਹਦੇ 'ਚ H ਤੇ ਪੋਜ਼ਿਟਿਵ ਚਾਰਜ ਹੁੰਦਾ, Cl ਤੇ ਨੈਗੇਟਿਵ ਚਾਰਜ ਹੁੰਦਾ। ਪੋਲਰ ਮੋਲੀਕਿਊਲਸ ਦੀ ਐਗਜ਼ਾਮਪਲ NH3, ਇਹਦੇ 'ਚ ਚਾਰਜ ਸੈਪਰੇਸ਼ਨ ਨਹੀਂ ਗੀ। ਠੀਕ ਹੈ, ਇਹਦੇ 'ਚ ਕੋਨਸਾਈਡ ਕਰ ਗਿਆ ਪੋਜ਼ਿਟਿਵ ਨੈਗੇਟਿਵ ਦੇ ਨਾਲ। ਠੀਕ ਹੈ, ਹੁਣ ਦੇਖੋ ਜਿਹੜੇ ਮੋਲੀਕਿਊਲਸ ਦੇ ਵਿੱਚ ਪੋਜ਼ਿਟਿਵ ਅਲੱਗ ਹੋਣਗੇ, ਨੈਗੇਟਿਵ ਅਲੱਗ ਹੋਣਗੇ, ਤਾਂ ਆਪਾਂ ਨੂੰ ਪਤਾ ਇੱਥੇ ਜੇ ਪੋਜ਼ਿਟਿਵ ਅੱਡ ਆ ਨੈਗੇਟਿਵ ਅੱਡ, ਇੱਥੇ ਕੀ ਬਣ ਜੂਗੀ ਆਪਣੇ ਕੋਲ, ਇਲੈਕਟ੍ਰਿਕ ਫੀਲਡ ਬਣ ਜੂਗੀ, ਜਿਹਦੀ ਡਾਇਰੈਕਸ਼ਨ ਕੀ ਹੁੰਦੀ ਹੈ, ਪੋਜ਼ਿਟਿਵ ਤੋਂ ਲੈ ਕੇ ਨੈਗੇਟਿਵ ਤੱਕ। ਬੇਸਿਕਲੀ ਕੀ ਹੁੰਦਾ ਰਾਜੇ ਕਿ ਇਨ ਦੀ ਐਬਸੈਂਸ ਆਫ ਐਕਸਟਰਨਲ ਇਲੈਕਟ੍ਰਿਕ ਫੀਲਡ, ਐਕਸਟਰਨਲ ਇਲੈਕਟ੍ਰਿਕ ਫੀਲਡ ਦੀ ਐਬਸੈਂਸ ਦੇ ਵਿੱਚ ਭਾਵੇਂ ਪੋਲਰ ਮੋਲੀਕਿਊਲ ਹੋਵੇ ਚਾਹੇ ਨੌਨ ਪੋਲਰ ਮੋਲੀਕਿਊਲਸ ਹੋਵੇ, ਡਾਇਪੋਲ ਮੂਵਮੈਂਟ ਕੀ ਹੁੰਦੀ ਆ, ਜ਼ੀਰੋ ਹੁੰਦੀ ਹੈ। ਡਾਇਪੋਲ ਮੂਵਮੈਂਟ ਕੀ ਹੁੰਦੀ ਆ, ਜ਼ੀਰੋ ਹੁੰਦੀ ਆ ਇਨ ਦੀ ਐਬਸੈਂਸ ਆਫ ਇਲੈਕਟ੍ਰਿਕ ਫੀਲਡ। ਕਿਉਂ ਜ਼ੀਰੋ ਹੁੰਦੀ ਆ, ਬਿਕੋਜ਼ ਜੇ ਆਪਣੇ ਕੋਲ HCl ਹੀ ਪੋਲਰ ਮੋਲੀਕਿਊਲਸ, ਵੈਸੇ ਤਾਂ ਇਹਦੀ ਡਾਇਪੋਲ ਮੂਵਮੈਂਟ ਹੋਊਗੀ, ਬਟ ਇਹ ਕੀ ਹੁੰਦੀ ਹੈ, ਡਾਇਪੋਲ ਮੂਵਮੈਂਟ ਰੈਂਡਮਲੀ ਓਰੀਐਂਟਡ ਹੁੰਦੀ ਆ। ਰੈਂਡਮਲੀ ਓਰੀਐਂਟਡ ਦੇ ਕਾਰਨ ਨੈਟ ਡਾਇਪੋਲ ਮੂਵਮੈਂਟ ਕੀ ਆ ਜਾਂਦੀ ਹੈ, ਜ਼ੀਰੋ ਆ ਜਾਂਦੀ ਹੈ। ਪੋਲਰ ਦੇ ਵਿੱਚ ਵੈਸੇ ਹੀ ਜ਼ੀਰੋ ਹੁੰਦੀ, ਕਿਉਂਕਿ ਉਹਦੇ ਵਿੱਚ ਤਾਂ ਪੋਜ਼ਿਟਿਵ ਨੈਗੇਟਿਵ ਕੀ ਕਰਦੇ, ਕੋਨਸਾਈਡ ਹੀ ਕਰ ਜਾਂਦੇ, ਨਿਊਟਰਲ ਬਣ ਜਾਂਦੇ, ਤਾਂ ਉੱਥੇ ਤਾਂ ਡਾਇਪੋਲ ਬਣੂਗਾ ਹੀ ਨਹੀਂ। ਡਾਇਪੋਲ ਕਦੋਂ ਬਣਦਾ, ਜਦੋਂ ਪੋਜ਼ਿਟਿਵ ਤੇ ਨੈਗੇਟਿਵ ਸੈਪਰੇਟਡ ਹੋਣੇ। ਇਹੀ ਕਿਹਾ ਨਾ ਆਪਾਂ ਕਿ ਡਾਇਪੋਲ ਉਦੋਂ ਬਣਦਾ ਜਦੋਂ ਪੋਜ਼ਿਟਿਵ ਤੇ ਨੈਗੇਟਿਵ ਚਾਰਜਾਂ ਦੇ ਵਿੱਚ ਸੈਪਰੇਸ਼ਨ ਹੋਵੇ। ਤੇ ਨੌਨ ਪੋਲਰ ਦੇ ਵਿੱਚ ਤਾਂ ਸੈਪਰੇਸ਼ਨ ਹੁੰਦੀ ਨਹੀਂ, ਕੋਨਸਾਈਡ ਕਰੀ ਜਾ ਰਹੇ ਆ, ਤਾਂ ਇੱਥੇ ਐਕਸਟਰਨਲ ਫੀਲਡ ਕੀ ਹੁੰਦੀ ਆ, ਜ਼ੀਰੋ ਹੁੰਦੀ ਆ। ਪੋਲਰ ਦੇ ਵਿੱਚ ਵੀ ਐਕਸਟਰਨਲ ਫੀਲਡ ਜਦੋਂ ਆਪਾਂ ਨਹੀਂ ਅਪਲਾਈ ਕਰਦੇ ਤਾਂ ਡਾਇਪੋਲ ਮੂਵਮੈਂਟ ਜ਼ੀਰੋ ਹੁੰਦੀ ਆ। ਕਿਉਂ ਜ਼ੀਰੋ ਹੁੰਦੀ ਆ, ਕਿਉਂਕਿ ਸਾਰੇ ਡਾਇਪੋਲਸ ਆ ਜਿਹੜੇ ਉਹ ਕੀ ਹੁੰਦੇ ਆ, ਰੈਂਡਮਲੀ ਓਰੀਐਂਟਡ ਹੁੰਦੇ ਆ, ਤੇ ਇੱਕ ਦੂਸਰੇ ਨੂੰ ਉਹ ਕੀ ਕਰ ਦਿੰਦੇ ਆ, ਨਿਊਟਰਲਾਈਜ਼ ਕਰ ਦਿੰਦੇ ਆ। ਦੈਟਸ ਵਾਈ ਕਿ ਜਿਹੜੀ ਨੈਟ ਤੁਹਾਡੇ ਕੋਲੇ ਡਾਇਪੋਲ ਮੂਵਮੈਂਟ ਉਹ ਕੀ ਆ ਜਾਂਦੀ ਹੈ, ਜ਼ੀਰੋ। ਠੀਕ ਹੈ, ਇਹ ਤਾਂ ਇਨ ਦੀ ਐਬਸੈਂਸ ਆਫ ਐਕਸਟਰਨਲ ਇਲੈਕਟ੍ਰਿਕ ਫੀਲਡ ਆ। ਜਦੋਂ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹਾਂ ਤਾਂ ਫਿਰ ਕੀ ਹੋ ਜਾਂਦਾ, ਚਾਰਜ ਸੈਪਰੇਸ਼ਨ ਹੋ ਜਾਂਦੀ ਹੈ। ਜਿਵੇਂ ਮੰਨ ਲਓ ਆਹ ਹੀ ਆਪਣੇ ਕੋਲੇ ਰੈਂਡਮਲੀ ਓਰੀਐਂਟਡ ਕੋਈ ਮੋਲੀਕਿਊਲ ਆ ਜਿਹਦੀ ਰੈਂਡਮਲੀ ਓਰੀਐਂਟਡ ਆ ਡਾਇਪੋਲਸ, ਤੇ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕਰਾਂਗੇ, ਬੈਟਰੀ ਲਾਵਾਂਗੇ ਇਹਨੂੰ ਨਾਲ, ਤਾਂ ਦੇਖੋ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਆ ਨੈਗੇਟਿਵ ਆ, ਤਾਂ ਜਿਹੜੇ ਨੈਗੇਟਿਵ ਸਾਈਡ ਵਾਲੇ ਉਹ ਇੱਧਰ ਇਕੱਠੇ ਹੋ ਜਾਣਗੇ, ਪੋਜ਼ਿਟਿਵ ਇੱਧਰ ਇਕੱਠੇ ਹੋ ਜਾਣਗੇ, ਮੀਨਸ ਨੈਟ ਆ ਜੂਗੀ ਤੁਹਾਡੇ ਕੋਲ ਡਾਇਪੋਲ ਮੂਵਮੈਂਟ।
ਤਾਂ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕੀਤੀ ਤਾਂ ਤੁਹਾਡੇ ਕੋਲੇ ਨੈਟ ਡਾਇਪੋਲ ਮੂਮੈਂਟ ਆਊਗੀ, ਬਟ ਇਨ ਦੀ ਐਬਸੈਂਸ ਆਫ ਇਲੈਕਟ੍ਰਿਕ ਫੀਲਡ ਤੁਹਾਡੇ ਕੋਲੇ ਨੈਟ ਡਾਇਪੋਲ ਮੂਮੈਂਟ ਕੀ ਹੋਊਗੀ, 0 ਹੋਊਗੀ। ਠੀਕ ਹੈ ਜੀ। ਇਵੇਂ ਹੀ ਤੁਸੀਂ ਇਸ ਨੋਨ ਪੋਲਰ ਮੋਲੀਕਿਊਲ ਨੂੰ ਵੀ ਪੋਲਰਾਈਜ਼ ਕਰ ਸਕਦੇ ਆ ਬਾਏ ਅਪਲਾਈਂਗ ਇਲੈਕਟ੍ਰਿਕ ਫੀਲਡ। ਠੀਕ ਹੈ ਜੀ। ਤਾਂ ਇਹ ਸਾਰਾ ਕੁਝ ਤੁਸੀਂ ਫਿਜ਼ੀਕਲ ਫਿਨੋਮੇਨਨ ਫਿਜ਼ੀਕਲ ਸਿਗਨੀਫੀਕੈਂਸ ਆਫ ਇਲੈਕਟ੍ਰਿਕ ਡਾਇਪੋਲ ਮੂਵਮੈਂਟ ਦੇ ਵਿੱਚ ਇਹ ਤੁਸੀਂ ਲਿਖਣਾ ਵਾ। ਦੇਖੋ ਆਪਾਂ ਬੁੱਕ ਤੋਂ ਵੀ ਦੇਖਦੇ ਹਾਂ ਕੀ ਲਿਖਦੇ ਆ ਇਹ। ਫਿਜ਼ੀਕਲ ਸਿਗਨੀਫੀਕੈਂਸ ਆਫ ਇਲੈਕਟ੍ਰਿਕ ਡਾਇਪੋਲ, ਦੀ ਸਟੱਡੀ ਆਫ ਇਲੈਕਟ੍ਰਿਕ ਡਾਇਪੋਲ। ਕਹਿੰਦੇ ਇਲੈਕਟ੍ਰਿਕ ਡਾਇਪੋਲ ਦੀ ਜਿਹੜੀ ਸਟੱਡੀ ਆ ਉਹ ਇੰਪੋਰਟੈਂਟ ਆ ਜੇ ਆਪਾਂ ਇਲੈਕਟ੍ਰੀਕਲ ਫਿਨੋਮੀਨਨ ਪੜ੍ਹਦੇ ਹਾਂ ਮੈਟਰ ਦੇ ਵਿੱਚ। ਮੈਟਰ ਆਪਾਂ ਨੂੰ ਪਤਾ ਕਾਹਦਾ ਬਣਿਆ ਹੁੰਦਾ, ਐਟਮਸ ਦਾ, ਮੋਲੀਕਿਊਲਸ ਦਾ। ਇਨ ਮੋਲੀਕਿਊਲ ਪੋਜ਼ਿਟਿਵਲੀ ਚਾਰਜਡ ਹੁੰਦੇ ਆ ਤੇ ਨੈਗੇਟਿਵਲੀ ਚਾਰਜਡ ਇਲੈਕਟ੍ਰੋਨਸ ਹੁੰਦੇ ਆ। ਦੇਖੋ ਆਹ ਤੁਸੀਂ ਤੁਹਾਨੂੰ ਡੈਫੀਨੇਸ਼ਨਸ ਵੀ ਆ ਸਕਦੀਆਂ ਸ਼ਾਰਟ ਦੇ ਵਿੱਚ ਕਿ ਨੋਨ ਪੋਲਰ ਮੋਲੀਕਿਊਲਸ ਕੀ ਹੁੰਦੇ ਆ। ਨੋਨ ਪੋਲਰ ਆਪਾਂ ਕੀ ਕਿਹਾ, ਇਫ ਦੀ ਸੈਂਟਰ ਆਫ ਮਾਸ ਆਫ ਪੋਜ਼ਿਟਿਵ ਚਾਰਜ, ਕਿ ਜੇ ਪੋਜ਼ਿਟਿਵ ਚਾਰਜ ਦਾ ਸੈਂਟਰ ਆਫ ਮਾਸ ਕੋਇਨਸਾਈਡ ਕਰ ਜਾਵੇ ਨੈਗੇਟਿਵ ਚਾਰਜ ਦੇ ਸੈਂਟਰ ਆਫ ਮਾਸ ਨਾਲ, ਤਾਂ ਤੁਹਾਡੇ ਕੋਲ ਕੀ ਬਣਦਾ, ਨੋਨ ਪੋਲਰ ਮੋਲੀਕਿਊਲ। ਪੋਲਰ ਮੋਲੀਕਿਊਲ ਦੇ ਵਿੱਚ ਡੂ ਨਾਟ ਕੋਇਨਸਾਈਡ, ਕਿ ਇਫ ਸੈਂਟਰ ਆਫ ਮਾਸ ਆਫ ਪੋਜ਼ਿਟਿਵ ਚਾਰਜ ਡਜ਼ ਨਾਟ ਕੋਇਨਸਾਈਡ ਵਿਦ ਸੈਂਟਰ ਆਫ ਮਾਸ ਆਫ ਨੈਗੇਟਿਵ ਚਾਰਜ, ਦੈਨ ਮੋਲੀਕਿਊਲ ਕਿਹੜਾ ਬਣੂਗਾ, ਪੋਲਰ ਮੋਲੀਕਿਊਲ ਬਣੂਗਾ। ਅਲੱਗ ਤੋਂ ਵੀ ਡੈਫੀਨੇਸ਼ਨ ਆ ਸਕਦੀ ਹੈ ਤੇ ਫਿਜ਼ੀਕਲ ਸਿਗਨੀਫੀਕੈਂਸ ਦੇ ਵਿੱਚ ਵੀ ਲਿਖਣਾ। ਅੱਗੇ ਦੇਖੋ ਜਿਵੇਂ ਆਪਾਂ ਸਮਝਿਆ ਉਵੇਂ ਹੀ ਇੱਥੇ ਲਿਖਿਆ ਹੋਇਆ ਕਿ ਤੁਹਾਡੇ ਕੋਲੇ ਇਨ ਦੀ ਐਬਸੈਂਸ ਆਫ ਐਨ ਐਕਸਟਰਨਲ ਇਲੈਕਟ੍ਰਿਕ ਫੀਲਡ, ਕਿ ਇਲੈਕਟ੍ਰਿਕ ਫੀਲਡ ਜੇ ਤੁਸੀਂ ਐਕਸਟਰਨਲ ਬਾਹਰੋਂ ਨਹੀਂ ਲਾਈ ਉਹਦੀ ਐਬਸੈਂਸ ਦੇ ਵਿੱਚ ਰੈਂਡਮਲੀ ਓਰੀਐਂਟਡ ਹੋਣਗੇ ਡਾਇਪੋਲ ਮੂਵਮੈਂਟ, ਤੇ ਨੈਟ ਡਾਇਪੋਲ ਮੂਵਮੈਂਟ ਕੀ ਆ ਜਾਊਗੀ, 0 ਆ ਜਾਊਗੀ। ਓਕੇ, ਇਹੀ ਸਮਝਾਇਆ ਨਾ ਮੈਂ ਹੁਣੇ ਤੁਹਾਨੂੰ। ਨੈਕਸਟ ਲਾਈਨ ਦੇ ਵਿੱਚ ਲਿਖਦੇ ਆ ਕਿ ਵੈਨ ਐਨ ਐਕਸਟਰਨਲ ਇਲੈਕਟ੍ਰਿਕ ਫੀਲਡ ਇਜ਼ ਅਪਲਾਈਡ, ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰਤੀ ਬਾਹਰੋਂ ਐਕਸਟਰਨਲੀ, ਤਾਂ ਪੋਲਰ ਮੋਲੀਕਿਊਲ ਫੀਲਡ ਦੇ ਅਲੋਂਗ ਇੱਕ ਦੂਸਰੇ ਅਲਾਈਨ ਹੋ ਜਾਣਗੇ ਤਾਂ ਨੈਟ ਡਾਇਪੋਲ ਮੂਵਮੈਂਟ ਹੋ ਜੂਗੀ, ਤਾਂ ਉਹਨੂੰ ਕੀ ਕਹਾਂਗੇ ਆਪਾਂ, ਪੋਲਰਾਈਜ਼ਡ ਹੋ ਜੂਗਾ। ਸਿਮਿਲਰਲੀ ਸੇਮ ਹੀ ਡਾਟਾ ਇਹ ਨੋਨ ਪੋਲਰ ਮੋਲੀਕਿਊਲਸ ਦੇ ਵਿੱਚ ਲਿਖਦੇ ਆ ਕਿ ਜੇ ਆਪਾਂ ਨੋਨ ਪੋਲਰ ਮੋਲੀਕਿਊਲ ਨੂੰ ਵੀ ਅਪਲਾਈ ਕਰਦੇ ਐਕਸਟਰਨਲ ਫੀਲਡ ਦਾ ਸੈਂਟਰ ਆਫ ਮਾਸ ਆਫ ਪੋਜ਼ਿਟਿਵ ਐਂਡ ਨੈਗੇਟਿਵ ਚਾਰਜ ਉਹ ਵੀ ਡਿਸਪਲੇਸ ਹੋ ਜਾਣਗੇ, ਤਾਂ ਤੁਹਾਡੇ ਕੋਲ ਇਹ ਵੀ ਕੀ ਹੋ ਜਾਊਗਾ, ਪੋਲਰਾਈਜ਼ਡ ਹੋ ਜਾਊਗਾ। ਇਹ ਸਾਰਾ ਕੁਝ ਰਾਜੇ ਤੁਸੀਂ ਲਿਖਣਾ ਵਾ ਫਿਜ਼ੀਕਲ ਸਿਗਨੀਫੀਕੈਂਸ ਆਫ ਇਲੈਕਟ੍ਰਿਕ ਡਾਇਪੋਲ ਦੇ ਵਿੱਚ। ਓਕੇ ਰਾਜੇ। ਨੈਕਸਟ ਰਾਜੇ ਜਿਹੜਾ ਆਪਾਂ ਆਰਟੀਕਲ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ। 2 ਆਰਟੀਕਲ ਆ, ਇਹ ਦੋਨਾਂ ਦੇ ਵਿੱਚੋਂ ਇੱਕ ਪੂਰਾ ਮਤਲਬ ਪੇਪਰ ਦੇ ਵਿੱਚ ਆਉਂਦਾ ਹੀ ਆਉਂਦਾ ਵਾ। ਠੀਕ ਹੈ ਜੀ। ਨੈਕਸਟ ਆਰਟੀਕਲ ਤੁਹਾਡੇ ਕੋਲ ਹੈਗਾ ਫੀਡ ਇੰਟੈਂਸਿਟੀ ਔਨ ਐਕਸੀਅਲ ਲਾਈਨ ਆਫ ਇਲੈਕਟ੍ਰਿਕ ਡਾਇਪੋਲ। ਫੀਡ field intensity on axial line of electric dipole। ਧਿਆਨ ਨਾਲ ਪਹਿਲਾਂ ਹੈਡਿੰਗ ਪੜੋ। ਫੀਲਡ ਇੰਟੈਂਸਿਟੀ, ਫੀਲਡ ਇੰਟੈਂਸਿਟੀ ਮੀਨਸ ਇਲੈਕਟ੍ਰਿਕ ਫੀਡ ਆਪਾਂ ਪਤਾ ਕਰਨੀ ਆ। ਠੀਕ ਹੈ, ਇਲੈਕਟ੍ਰਿਕ ਫੀਡ ਪਤਾ ਕਰਨੀ ਆ। ਕਿੱਥੇ ਪਤਾ ਕਰਨੀ ਆ, ਔਨ ਐਕਸੀਅਲ ਲਾਈਨ। ਉਹ ਐਕਸੀਅਲ ਲਾਈਨ ਕਿਹਦੀ ਆ, ਇਲੈਕਟ੍ਰਿਕ ਡਾਇਪੋਲ ਦੀ। ਹੁਣ ਦੇਖੋ ਆਹ ਤੁਹਾਡੇ ਕੋਲੇ ਇਲੈਕਟ੍ਰਿਕ ਡਾਇਪੋਲ, ਪਹਿਲਾਂ ਆਪਾਂ ਡਾਇਗਰਾਮ ਬਣਾਉਂਦੇ ਆ। ਆ ਹੋ ਗਿਆ ਇਲੈਕਟ੍ਰਿਕ ਡਾਇਪੋਲ ਏ ਬੀ, ਜਿਹਨੂੰ ਮੈਂ ਨਾਮ ਦਿੱਤਾ। ਏ ਪੁਆਇੰਟ 'ਤੇ ਮੰਨ ਲਓ ਤੁਹਾਡੇ ਕੋਲੇ -Q ਚਾਰਜ ਆ, ਬੀ ਪੁਆਇੰਟ 'ਤੇ +Q ਚਾਰਜ। ਇਹ ਡਾਇਪੋਲ ਦਾ ਸੈਂਟਰ O, ਦੋਨਾਂ ਚਾਰਜਿਸ ਦੇ ਵਿੱਚ ਡਿਸਟੈਂਸ ਮੀਨਸ ਡਾਇਪੋਲ ਦੀ ਲੈਂਥ ਆਪਾਂ ਲਈ ਆ 2A। ਓਕੇ, ਇਸ ਹੁਣ ਇਹ ਕੀ ਹੈ ਤੁਹਾਡੇ ਕੋਲ, ਇਸ ਡਾਇਪੋਲ ਦੇ ਕਾਰਨ ਇਹਦੇ ਅਰਾਊਂਡ ਕੀ ਹੋਊਗੀ, ਇਲੈਕਟ੍ਰਿਕ ਫੀਡ। ਉਹ ਆਪਾਂ ਇਲੈਕਟ੍ਰਿਕ ਫੀਡ ਪਤਾ ਕਰਨੀ ਆ। ਆਪਾਂ ਕਿਸੇ ਵੀ ਪੁਆਇੰਟ 'ਤੇ ਪਤਾ ਕਰ ਸਕਦੇ ਹਾਂ, ਬਟ ਆਪਾਂ ਐਕਸੀਅਲ ਲਾਈਨ 'ਤੇ ਪਤਾ ਕਰਨੀ ਹੈ। ਐਕਸੀਅਲ ਲਾਈਨ ਕਿ ਜੇ ਆਪਾਂ ਇੱਧਰ ਨੂੰ ਵਧਾ ਦਈਏ ਡਾਇਪੋਲ ਨੂੰ, ਆਹ ਵਾਲੀ ਕੀ ਹੈ ਐਕਸੀਅਲ ਲਾਈਨ, ਤਾਂ ਤੁਸੀਂ ਐਕਸੀਅਲ ਲਾਈਨ 'ਤੇ ਇੱਕ ਪੁਆਇੰਟ ਲੈਣਾ, ਆਬਜ਼ਰਵੇਸ਼ਨ ਪੁਆਇੰਟ P। ਇਸ ਪੁਆਇੰਟ 'ਤੇ ਆਪਾਂ ਇਸ ਡਾਇਪੋਲ ਦੇ ਕਾਰਨ ਇਲੈਕਟ੍ਰਿਕ ਫੀਡ ਇੰਟੈਂਸਿਟੀ ਕੱਢਣੀ। ਓਕੇ, P ਇਜ਼ ਆਬਜ਼ਰਵੇਸ਼ਨ ਪੁਆਇੰਟ ਵੇਅਰ ਵੀ ਹੈਵ ਟੂ ਫਾਈਂਡ ਇਲੈਕਟ੍ਰਿਕ ਫੀਡ ਇੰਟੈਂਸਿਟੀ ਡਿਊ ਟੂ ਡਾਇਪੋਲ। ਤਾਂ ਤੁਸੀਂ ਆਬਜ਼ਰਵੇਸ਼ਨ ਪੁਆਇੰਟ ਦਾ ਰਾਜੇ ਸੈਂਟਰ ਆਫ ਡਾਇਪੋਲ ਤੋਂ ਡਿਸਟੈਂਸ ਲੈ ਲੈਣਾ r।
ठीक है। P तो O तक का डिस्टेंस हैगा स्मॉल r। ये तुहानूं पता कि जे टोटल डिस्टेंस 2a है तो O तो A तक का डिस्टेंस भी a होगा तो O तो B तक का डिस्टेंस भी a होगा, ताई बनया ना 2a। ओके जी। हुण तुसीं की करना, इत्थे जदों तुसीं कोई भी इलैक्ट्रिक फील्ड इंटैंसिटी कढोगे तो किवें पता लगूगा, इत्थे तुसीं की रखना टेस्ट चार्ज रखना। टेस्ट चार्ज आपां की लेना हुंदा +1 कूलम, मीनस प्लस पॉजिटिव यूनिट चार्ज लेना हुंदा आपां टेस्ट चार्ज। हुण देखो ये पॉजिटिव चार्ज आ, ये की है नैगेटिव चार्ज। इहदे का P पॉइंट ते जिहड़ी इलैक्ट्रिक फील्ड इंटैंसिटी ड्यू टू A मतलब प्लस Q चार्ज कारण भी होगी तो माइनस Q चार्ज भी। हुण ये माइनस दा ये प्लस दा ये आह वाला चार्ज इस चार्ज नूं की करूगा, टेस्ट चार्ज नूं अट्रैक्ट करूगा आपदे वल्ले की करूगा अट्रैक्ट। आपां मान लेने कि P पॉइंट ते ड्यू टू चार्ज माइनस Q इलैक्ट्रिक फील्ड इंटैंसिटी हैगी आ E1 वैक्टर। ये वैक्टर क्वांटिटी है तो ये उपर वैक्टर पावांगे। तो ड्यू टू प्लस Q चार्ज वो हैगी अपने कोले E2 वैक्टर। हुण देखो E1 वैक्टर डायरैक्शन में इधर नूं बनाई आ, E2 वैक्टर दी इधर नूं बनाई आ, बिकॉज P पॉइंट ते ड्यू टू चार्ज माइनस Q ए माइनस दा प्लस दा इहनूं की करूगा अट्रैक्ट करूगा, तां करके इहदी एरो इधर नूं है। ये दोने प्लस दे तो एक दूसरे नूं की करनगे रिपेल। तो देखो ये मैं डायरैक्शन तो चलो ठीक है अपोजिट बनाती आपां दस भी दिता, बट मैं लाइन भी वड्डी बनाई आ, E2 वाली लाइन में वड्डी बनाई है बिकॉज P ते B दे विच डिस्टेंस की है स्मॉल आ, P ते इहदे विच डिस्टेंस की है लार्ज आ, तो ये इहदे ते ज़्यादा फोर्स लाऊगा, दैट्स वाई इहदा मैगनीट्यूड भी आपां बड़ा लेना वा। ठीक है। तो जिहड़ी नैट इलैक्ट्रिक फील्ड आ वो किधर नूं लगूगी, जिधर नूं वड्डी लाइन आ उधर नूं लगूगी ना E वैक्टर। नैट इलैक्ट्रिक फील्ड एट पॉइंट P वो तुहाडे कोले आ जाऊगी E वैक्टर, जिहड़ी आपां फाइंड आउट करनी है। ठीक है। तो जिहड़ी नैट इलैक्ट्रिक फील्ड होगी तुहाडे कोले E वैक्टर वो किहदे इक्वल आ जाऊगी जे आपां उहदा मैगनीट्यूड कड्ढीए, तो वड्डे चों छोटे नूं की कर दिओ माइनस, क्योंकि दोनों की की है अपोजिट डायरैक्शन। ये तुहाडे कोले नैट इलैक्ट्रिक फील्ड आऊगी, इहनूं क्वेश्चन नंबर आपां 1 मान लैने आ। हुण अपना काम की है कि आपां E2 वैक्टर ते E1 वैक्टर कढना। आपां पिछले आर्टिकल एक कीता सीगा, किहड़ा कीता सीगा इलैक्ट्रिक फील्ड ड्यू टू पॉइंट चार्ज। आह वाला आर्टिकल तुसीं देख सकते हो, इलैक्ट्रिक फील्ड ड्यू टू पॉइंट चार्ज। ठीक है। पॉइंट चार्ज जे आपां Q लै लीए उहदे विच तुहानूं मैं दसदी हाँ कि टेस्ट चार्ज आपां लिया सी स्मॉल Q एट डिस्टेंस R ते, तां एट पॉइंट P ते इलैक्ट्रिक फील्ड कितनी आई सी Q/4πε0 R दी स्केयर। ये वाला फार्मूला ही आपां इत्थे लाउणा वा। ठीक है। आपां पिछले आर्टिकल दे विच कीता सी इलैक्ट्रिक फील्ड ड्यू टू पॉइंट चार्ज, तो यही कीता सी ना आपां, सेम फार्मूला ही आपां इत्थे लाउणा। तो पहला आपां E1 कढदे हां। देखो E1 वैक्टर की होऊगा, E1 वैक्टर की आ कि इलैक्ट्रिक फील्ड एट पॉइंट P ड्यू टू चार्ज माइनस Q ए। चार्ज कितना वा Q, साइन नहीं लेना, मैगनीट्यूड की गल कर रहे हैं। नीचे की आ जाऊगा 4πε0, इत्थे डिस्टेंस का स्केयर, डिस्टेंस किहड़ा AP, इत्थे की लिख लिया आपां फिलहाल AP का स्केयर। हुण डायग्राम चो देखो AP किहदे इक्वल आ, AP किहदे इक्वल आ, इत्थों तक तो हो गया R ते ये कितना A, तो AP की वैल्यू डायग्राम तो कितनी आई R + A, तो तुहाडे कोले E1 वैक्टर कितना आ जाऊगा Q/4πε0 R + A दी स्केयर। ठीक है जी। हुण जे तुसीं E2 देखना वा, E2 की है इलैक्ट्रिक फील्ड इंटैंसिटी एट P ड्यू टू चार्ज प्लस Q, तो तुसीं डिस्टेंस किहड़ा लाओगे BP दी स्केयर, तो इत्थे की आ जाऊगा BP दी स्केयर। तो E2 वैक्टर तुहाडे कोले कितना आ जाऊगा Q/4πε0 BP दी स्केयर। तो BP दी तुहाडे कोले वैल्यू कितनी होगी, BP दी वैल्यू कितनी होगी, R दे विचों की माइनस कर दो A। जे आपां इस R दे विचों आ A नूं कट करदे हां तां ही तुहाडे कोले BP बचदा ना। ठीक है। तो BP दी वैल्यू फ्रॉम डायग्राम कितनी आ जाऊगी R - A। तो E2 वैक्टर की वैल्यू कितनी आ जाएगी तुहाडे कोले Q/4πε0 R - A दी स्केयर।
ਇਹ ਜਿਹੜੀ ਤੁਸੀਂ E1 ਤੇ E2 ਦੀ ਵੈਲਿਊ ਕੱਢੀ ਆ ਉਹ ਤੁਸੀਂ ਇੱਥੇ ਕੀ ਕਰ ਦੇਣੀ ਆ, ਪੁੱਟ ਕਰ ਦੇਣੀ ਆ, ਪੁੱਟ ਇਨ 1, ਪੁੱਟ ਇਨ 1। ਤਾਂ ਤੁਹਾਡੇ ਕੋਲੇ ਪੁੱਟ ਕਰਕੇ ਕੀ ਆ ਜਾਊਗਾ ਰਾਜੇ, E ਵੈਕਟਰ Q 4 ਪਾਈ ਐਪਸਾਈਲਨ ਨੋਟ। ਪਹਿਲਾਂ ਕੀ ਸੀ ਤੁਹਾਡੇ ਕੋਲੇ E2 ਦੀ ਵੈਲਿਊ ਦੇ ਵਿੱਚ ਕੀ ਆ, R ਮਾਈਨਸ A ਵਾਲੀ ਵੈਲਿਊ, ਠੀਕ ਹੈ, R ਮਾਈਨਸ A ਦੀ ਸਕੇਅਰ ਮਾਈਨਸ Q 4 ਪਾਈ ਐਪਸਾਈਲਨ ਨੋਟ R ਪਲੱਸ A ਦੀ ਸਕੇਅਰ। ਓਕੇ ਜੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਰਾਜੇ, ਕਾਮਨ ਚੀਜ਼ ਦੇਖੋ, Q ਓਵਰ 4 ਪਾਈ ਐਪਸਾਈਲਨ ਨੋਟ, Q ਓਵਰ 4 ਪਾਈ ਐਪਸਾਈਲਨ ਨੋਟ ਕੀ ਹੈ, ਕਾਮਨ। ਤਾਂ E ਵੈਕਟਰ ਦੀ ਵੈਲਿਊ ਕਿੰਨੀ ਆ ਜੂਗੀ, Q ਓਵਰ 4 ਪਾਈ ਐਪਸਾਈਲਨ ਨੋਟ। ਤੁਹਾਡੇ ਕੋਲੇ ਅੰਦਰ ਕੀ ਰਹਿ ਜਾਊਗਾ, R ਮਾਈਨਸ A ਦੀ ਸਕੇਅਰ ਮਾਈਨਸ R ਪਲੱਸ A ਦੀ ਸਕੇਅਰ। ਓਕੇ, ਹੁਣ ਤੁਸੀਂ ਰਾਜੇ ਇਹਨੂੰ ਸੋਲਵ ਕਰਨਾ ਮੈਥੇਮੈਟਿਕਲੀ ਕਿਵੇਂ ਸੋਲਵ ਹੋਊਗਾ ਇਹ, Q ਓਵਰ 4 ਪਾਈ ਐਪਸਾਈਲਨ ਨੋਟ। ਇਹਦਾ ਕੀ ਲੈ ਲਓ ਤੁਸੀਂ, LCM ਲੈ ਲਓ। ਇਹ ਤੁਹਾਡੇ ਕੋਲੇ ਕੀ ਆ ਗਿਆ, LCM ਆ ਗਿਆ, ठीक है। LCM तो उपर की आ जाऊगा, R माइनस A है तो उपर R प्लस A स्क्वायर माइनस प्लस आ तो इत्थे की आ जाऊगा माइनस, ठीक है। आ देखो जिहड़ा नीचे आ ਇਹਦਾ ਸਕੇਅਰ ਕੀ ਕਰ ਦੋ, ਇਕੱਠਾ ਸਕੇਅਰ ਲੈ ਲਓ ਤੇ ਇਹਦਾ ਸਕੇਅਰ ਤੁਸੀਂ ਖੋਲ ਦੇਣਾ ਨੈਕਸਟ ਸਟੈਪ ਦੇ ਵਿੱਚ। E ਵੈਕਟਰ Q 4 ਪਾਈ ਐਪਸਾਈਲਨ ਨੋਟ A प्लस B ਦਾ ਸਕੇਅਰ ਫਾਰਮੂਲਾ ਲਾ ਕੇ ਖੋਲ ਦੋ, R ਸਕੇਅਰ ਪਲੱਸ A ਸਕੇਅਰ प्लस 2RA। ਇੱਥੇ ਕੀ ਆ ਜਾਊਗਾ ਮਾਈਨਸ, ਇਹ ਮਾਈਨਸ ਆ ਨਾ, ਇਹ ਮਾਈਨਸ ਤੁਸੀਂ ਬ੍ਰੈਕਟ ਦੇ ਵਿੱਚ ਲਿਖਣਾ ਬਾਕੀ ਸਾਰਾ। ਇੱਥੇ A ਮਾਈਨਸ B ਸਕੇਅਰ ਦਾ ਫਾਰਮੂਲਾ ਲਾ ਦਿਓ, ਉਹ ਕੀ ਹੁੰਦਾ A ਸਕੇਅਰ प्लस B स्क्वायर माइनस 2AB प्लस A स्क्वायर माइनस 2RA, ठीक है जी। नीचे दोनों का आप ज्वाइन करके स्क्वायर लिखांगे R माइनस A R प्लस A वड्डा ब्रैकेट पा के उपर इकट्ठा स्क्वायर पा देना। नैक्सट स्टैप दे विच माइनस अंदर लै जानी, जो ये माइनस अंदर लैके जाओगे प्लस वाला नंबर माइनस का हो जू, माइनस वाला काहदा हो जू प्लस का। तो तुहाडे कोले की आ जाऊगा E वैक्टर Q 4 पाई एप्सिलॉन नॉट R स्क्वायर प्लस A स्क्वायर प्लस 2RA। इत्थे कितना आ जाऊगा तुहाडे कोले माइनस R स्क्वायर माइनस A स्क्वायर प्लस 2RA ओवर, इत्थे फार्मूला लग जू A प्लस B, A माइनस B की हुंदा A स्क्वायर माइनस B स्क्वायर R स्क्वायर माइनस A स्क्वायर, उपर आ वाला स्क्वायर तुसीं उवें ही लिखना फिर, ठीक है जी। नैक्सट तुसी राजे देखो ये आर स्क्वायर प्लस का माइनस है कट कर दो, ए स्क्वायर प्लस का माइनस का कट कर दो, ये 2RA कितना बन गया 4RA। तो तुहाडे कोले कितना आ जाऊगा E वैक्टर Q 4 पाई एप्सिलॉन नॉट 4RA R स्क्वायर माइनस A स्क्वायर उहदे उपर स्क्वायर आ जाऊगा, ठीक है। हुण इहनूं तुसी राजे रीअरेंज करके लिखना। रीअरेंज तुसी किवें करोगे कि जिहड़ा 4 है ना इनू स्प्लिट कर दिओ, 2A अड लिखो, ठीक है। तो E वैक्टर वो भी तुहानूं मैं दसदी हां क्यों करना आपां स्प्लिट। 2A इत्थे लिख दो, इत्थे की बच जाऊगा 2R स्क्वायर माइनस A स्क्वायर स्क्वायर, ठीक है, लिख सकते हो ना रीअरेंज करके। हुण जी ਜਿਹੜੀ ਆ ਵਾਲੀ ਚੀਜ਼ ਆ ਤੁਹਾਡੇ ਕੋਲੇ Q2A, ਇਹ ਕੀ ਹੈ ਤੁਹਾਡੇ ਕੋਲੇ ਪੜਿਆ ਸੀ ਨਾ ਤੁਸੀਂ ਲਾਸਟ ਆਰਟੀਕਲ ਦੇ ਵਿੱਚ ਡਾਇਪੋਲ ਮੂਵਮੈਂਟ। ਇਹ ਕੀ ਹੁੰਦੀ ਹੈ ਤੁਹਾਡੇ ਕੋਲੇ ਡਾਇਪੋਲ ਮੂਵਮੈਂਟ, ਬਟ ਵੈਕਟਰ ਨਹੀਂ ਪਾਇਆ ਤਾਂ ਮੀਨਸ ਡਾਇਪੋਲ ਮੂਵਮੈਂਟ ਦਾ ਇਹ ਕੀ ਆ ਮੈਗਨੀਟਿਊਡ। ਤਾਂ ਇਹਨੂੰ ਤੁਸੀਂ ਕੀ ਲਿਖ ਸਕਦੇ ਆ P, ਇਹਦੀ ਥਾਂ ਤੇ ਤੁਸੀਂ ਕੀ ਲਿਖਤਾ P। ਤਾਂ ਆਨਸਰ ਕੀ ਆ ਗਿਆ 2PR 4 ਪਾਈ ਐਪਸਿਲਨ ਨੋਟ R ਸਕੁਅਰ ਮਾਈਨਸ A ਸਕੁਅਰ ਸਕੁਅਰ, ठीक है। नैक्सट तुसी एक अप्रोक्सीमेशन लानी है कि इफ डायपोल इज़ वेरी स्मॉल, इफ डायपोल इज़ शॉर्ट, जे डायपोल शॉर्ट होवे तां तुहाडे कोल जिहड़ा 2A आ वो की आजू वेरी वेरी लैस दैन R। कहने दा मतलब A नूं तुसी की कर सकते हैं निगलैक्ट कर सकते हैं, कल्ला R रह जू। देखो जे तुसी इत्थे A नूं निगलैक्ट करदे आ R दी 2 उपर भी 2 है तो R दी पावर कितनी बन जू
4 ਤਾਂ ਤੁਹਾਡੇ ਕੋਲੇ E ਕਿੰਨਾ ਆ ਜਾਊਗਾ 2PR 4 ਪਾਈ ਐਪਸਾਈਲਨ ਨॉट R ਦੀ ਪਾਵਰ 4 ਉੱਪਰ R ਨਾਲ ਨੀਚੇ ਵਾਲੀ R 4 ਕੱਟ ਕੇ ਕਿੰਨਾ ਆ ਜਾਊਗਾ R ਦੀ ਕਿਊਬ E 2P 4 ਪਾਈ ਐਪਸਾਈਲਨ ਨॉट R ਦੀ ਕਿਊਬ। ਇਹ ਇਲੈਕਟ੍ਰਿਕ ਫੀਡ ਆ ਗਈ ਡਿਊ ਟੂ ਇਲੈਕਟ੍ਰਿਕ ਡਾਇਪੋਲ ਔਨ ਦੀ ਐਕਸੀਅਲ ਲਾਈਨ। ठीक है, बट ਇਹਦਾ मैगनीट्यूड आया। ਇਹਦੀ डायरेक्शन ਤੁਸੀਂ बुक तो ही देख ली सी कि आप जिवें फस्ट डायग्राम ड्रॉ की कि ਇਹਦੀ ਜਿਹੜੀ डायरेक्शन आ वो किधर होगी, इधर ਨੂੰ होगी जिधर ਨੂੰ ਵੱਡੀ इलैक्ट्रिक डायपोल। ठीक है, मीनस ਇਹਦੀ डायरेक्शन होगी अलोंग दी डायपोल मूवमेंट। ਇਹਦਾ ਜਿਹੜਾ मैगनीट्यूड आ वो ਆਪਾਂ देखिया कि वो R ਤੇ ਕਿਵੇਂ डिपेंड करता वा E इनवर्सली प्रोपोर्शनल टू किहदे आ R दी क्यूब। दैट्स वाई जी इलैक्ट्रिक डायपोल मूवमेंट आ R दी क्यूब दे इनवर्सली प्रोपोर्शनल नूं की कहने आपां सिलेंड्रिकल सिमिट्रिक। सिलेंड्रिकल सिमिट्री ये तुहानूं शॉर्ट आंसर टाइप क्वेश्चन भी पाया सी मैं पेपर दे विच। ठीक है, इहदे नाल ही आर्टिकल कंप्लीट हो गया। देखो आपां दोबारा रिवाइज करते हैं कि आर्टिकल करना किवें। आर्टिकल दा नाम हैगा वा इलैक्ट्रिक फीड इंटेंसिटी ਜਾਂ इलैक्ट्रिक फीड भी कह सकते हैं। फीड इंटेंसिटी ऑन दी एक्सियल लाइन ऑफ इलैक्ट्रिक डायपोल। तो सारे तो पहले आप बना लेना इलैक्ट्रिक डायपोल। इलैक्ट्रिक डायपोल मीनस टू अपोजिट एंड इक्वल चार्ज सैपरेटेड बाय स्मॉल डिस्टेंस दैट्स 2a। ठीक है, ये डायपोल आ तुहाडे कोले। ये डायपोल दे लॉन्ग ही जिहड़ी तुसीं आ वाली लाइन बनाई इहनूं की कहने तुसीं एक्सियल लाइन, इनू की कहना आपां एक्सियल लाइन। इस लाइन ते एक पॉइंट लेना ऑब्जरवेशन पॉइंट P जिहदा सेंटर ऑफ डायपोल तो डिस्टेंस तुसीं की लेना R। हुण P पॉइंट ते जिहड़ी इलैक्ट्रिक फीड इंटेंसिटी है ड्यू टू माइनस क्यू चार्ज भी होगी तो ड्यू टू प्लस क्यू चार्ज भी। ड्यू टू माइनस क्यू चार्ज इलैक्ट्रिक फीड हैगी है E1 ते ड्यू टू प्लस क्यू चार्ज हैगी है E2। E1 की डायरेक्शन तां इधर नूं क्योंकि जिहड़ा तुसीं इत्थे पॉजिटिव टेस्ट चार्ज रखा पॉजिटिव नूं नैगेटिव की करूगा अट्रैक्ट करूगा। दैट्स वाई एरो इधर नूं आ। पॉजिटिव पॉजिटिव की करनगे रिपैल तां इहदी एरो इधर नूं आ। ये एरो वड्डी बनाउणी है, मैगनीट्यूड वड्डा बनाउणा बिकॉज कि जिहड़ा डिस्टेंस आ टेस्ट चार्ज दा ओह प्लस क्यू चार्ज तो की है घट आ ते माइनस क्यू चार्ज तो ज़्यादा है। ठीक है, तो नैट इलैक्ट्रिक फीड इंटेंसिटी किवें आऊगी जे आपां वड्डी इलैक्ट्रिक फीड च छोटी इलैक्ट्रिक फीड नूं की कर देंगे माइनस। माइनस क्यों करना, बिकॉज दोनों की डायरेक्शन की अपोजिट आ। ठीक है, उस तो बाद तुसीं इलैक्ट्रिक फीड इंटेंसिटी की डेफिनेशन लाउणी हो की हुंदी है कि चार्ज जिहड़े चार्ज के कारण इलैक्ट्रिक फीड आ ओवर 4 पाई एप्सिलॉन नॉट लैके जिहड़ा उन्हां दे विच डिस्टेंस आ उहदा की ले लेना वा स्केयर। हाँ जी, आपां E1 कड्ढनी है तो डिस्टेंस E1 किहदे कारण आ माइनस क्यू चार्ज करना तो डिस्टेंस की आऊगा AP स्केयर ते चार्ज की वैल्यू कितनी आ जाऊगी Q। तो E1 की वैल्यू देखो आप इत्थे की कड्ढी है Q 4 पाई एप्सिलॉन नॉट AP स्केयर। तो देखो डायग्राम चो AP की वैल्यू कितनी है तुहाडे कोले AP की वैल्यू कितनी है R प्लस A। ठीक है, तो तुसीं इत्थे की लिखिया R प्लस A दी स्केयर। सिमिलरली जे तुसीं E2 कड्ढनी है E2 किहड़े चार्ज करना प्लस क्यू चार्ज करना इन्हां दे विच डिस्टेंस की है BP दा स्केयर। तो जे तुसीं BP देखो वो तुहाडे कोले किवें आऊगी जे तुसीं आ पूरे डिस्टेंस दे विचों A नूं की कर दिओ माइनस तां की बाजूगा तुहाडे कोले BP। तो BP की वैल्यू कितनी आऊगी R माइनस A। तो तुहाडे कोले E2 की वैल्यू कितनी हैगी R माइनस A दी स्केयर। उस तो बाद तुसीं की करना जब तुसीं वैल्यूज़ पुट करते हो तो Q ओवर 4 पाई एप्सिलॉन नॉट नूं की ले लेना तुसीं कॉमन कढ़ के उस तो बाद मैथेमैटिकल ईयर जे तुसीं इहदा एलसीएम लैके फिर ये A प्लस B स्केयर का फार्मूला लगूगा इत्थे A स्केयर B स्केयर प्लस 2AB इत्थे A माइनस B। इत्थे नहीं तुसीं गलती करनी बिकॉज इत्थे माइनस आ तो सारे अगे माइनस आ तो तुसीं ब्रैकेट विच पहला A माइनस B स्केयर का फार्मूला लाउणा। A माइनस B स्केयर की हुंदा वा A स्केयर प्लस B स्केयर माइनस 2AB। फिर तुसीं इन्हां दे उपर की है कंबाइंड स्केयर लिख देना R माइनस A R प्लस A वड्डा ब्रैकेट पा के उपर कंबाइंड स्केयर लिखना। उस तो बाद जो तुसीं आ वाली माइनस नूं अंदर लैके जाओगे ये अगे माइनस आ जाऊगा ये अगे माइनस ए कादा हो जाऊगा प्लस का। तो इत्थे की लाना फार्मूला A प्लस B A माइनस B की हुंदा A स्केयर माइनस B स्केयर। तो फिर देखो जो तुसीं इत्थे माइनस अंदर लैके गए तो ये ब्रैकेट खुल जूगी। ठीक है, तो ये कैंसल भी हो जाएंगे कला 4R ही आ जाऊगा इन्होंने सॉल्व करके।
ਇੱਥੇ ए ਸਕੁਏਅਰ ਮਾਈਨਸ बी ਸਕੁਏਅਰ ਦਾ ਫਾਰਮੂਲਾ ਉੱਪਰ ਆ ਵਾਲਾ ਸਕੁਏਅਰ ਉਵੇਂ ਹੀ ਲੱਗਾ ਰਹਿਣ ਦੇਣਾ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਇਹ ਆ ਗਿਆ, ਉਸ ਤੋਂ ਬਾਅਦ ਤੁਸੀਂ ਕੀ ਲਾਉਣੀ ਹੈ, ਡਾਇਪੋਲ ਮੂਵਮੈਂਟ ਦੀ ਡੈਫੀਨੇਸ਼ਨ ਉਹ ਕੀ ਹੁੰਦੀ, Q2A। ਉਹ ਲਾਉਣ ਦੇ ਲਈ ਤੁਹਾਨੂੰ 4 ਨੂੰ ਸਪਲਿਟ ਕਰਨਾ ਪੈਣਾ, 2 ਅਲੱਗ ਲਿਖ ਲਓ, 2R ਅਲੱਗ ਰੱਖ ਲਓ। ਠੀਕ ਹੈ। ਤਾਂ ਇਹਦੀ ਥਾਂ 'ਤੇ ਕਿ ਤੁਸੀਂ ਕੀ ਲਿਖ ਸਕਦੇ ਹੋ, P ਨਾਲ ਕੀ ਆ ਗਿਆ 2R। ਜਦੋਂ ਇਹ ਆ ਗਿਆ, ਉਸ ਤੋਂ ਬਾਅਦ ਤੁਸੀਂ ਕੀ ਲਾਉਣੀ ਆ, ਅਜ਼ੰਪਸ਼ਨ ਕਿ ਡਾਇਪੋਲ ਕੀ ਆ, ਸ਼ਾਰਟ ਆ, ਤਾਂ A ਨੂੰ ਕੀ ਕਰ ਦੇਣਾ, ਨਿਗਲੈਕਟ। ਜਦੋਂ A ਨੂੰ ਨਿਗਲੈਕਟ ਕਰੋਗੇ R ਦੀ ਪਾਵਰ ਕਿੰਨੀ ਬਣ ਜੂਗੀ, 4। ਉੱਪਰ ਕੀ ਆ, ਸਿੰਗਲ R ਆ, ਤਾਂ ਤੁਹਾਡੇ ਕੋਲੇ ਨੀਚੇ ਕੀ ਆ ਜੂਗੀ, R ਦੀ ਕਿਊਬ। ਤੇ ਜੇ ਇਲੈਕਟ੍ਰਿਕ ਫੀਲਡ R ਦੇ ਇਨਵਰਸਲੀ ਪ੍ਰਪੋਰਸ਼ਨਲ ਆ, ਉਹ ਕੀ ਬਣਦੀ ਹੈ, ਸਿਲੰਡਰੀਕਲ ਸਿਮੈਟਰੀ ਬਣਦੀ ਹੈ। ਇਹਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਇਹ ਵੀ ਆ ਸਕਦਾ ਕਿ ਵਾਟ ਯੂ ਮੀਨ ਬਾਈ ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਠੀਕ ਹੈ। ਡਰਾਈਵ ਦੀ ਐਕਸਪ੍ਰੈਸ਼ਨ ਫॉर ਇਲੈਕਟ੍ਰਿਕ ਫੀਲਡ at a point which is on the axial line of electric dipole, ਜਾਂ ਸਿੱਧਾ ਹੀ ਕਹਿ ਸਕਦੇ ਆ ਡਰਾਈਵ ਦੀ ਐਕਸਪ੍ਰੈਸ਼ਨ ਫॉर ਇਲੈਕਟ੍ਰਿਕ ਫੀਲਡ ਔਨ ਐਕਸੀਅਲ ਲਾਈਨ ਆਫ ਇਲੈਕਟ੍ਰਿਕ ਡਾਇਪੋਲ। ਸ਼ਾਰਟ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛ ਸਕਦੇ ਆ ਕਿ E ਇਨਵਰਸਲੀ ਪ੍ਰਪੋਰਸ਼ਨਲ ਟੂ R ਦੇ ਕਿਵੇਂ ਹੋਊਗਾ, ਮੀਨਸ E R 'ਤੇ ਕਿਵੇਂ ਡਿਪੈਂਡ ਕਰਦਾ। ਤਾਂ ਆਪਾਂ ਨੂੰ ਪਤਾ ਕਿ ਜੇ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਇਲੈਕਟ੍ਰਿਕ ਡਾਇਪੋਲ ਕੱਢਦੇ ਆ ਤਾਂ ਉਹ E ਆ ਜਿਹੜਾ ਉਸ ਕੇਸ ਦੇ ਵਿੱਚ ਇਨਵਰਸਲੀ ਪ੍ਰਪੋਰਸ਼ਨਲ ਟੂ R ਕਿਊਬ ਹੀ ਆਉਣਾ ਵਾ। ਠੀਕ ਹੈ ਰਾਜੇ। ਤਾਂ ਇਹ ਜਿਹੜਾ ਕੰਮ ਆ ਤੁਸੀਂ ਨੋਟਬੁੱਕਸ 'ਤੇ ਨੋਟ ਕਰਨਾ ਵਾ, ਨਾਲ ਨਾਲ ਜੇ ਕੋਈ ਡਾਊਟ ਆ ਤਾਂ ਤੁਸੀਂ ਗਰੁੱਪ ਦੇ ਵਿੱਚ ਪਾ ਦਿਓ, ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦੂੰਗੀ। ਅੱਜ ਦੇ ਤੁਸੀਂ ਇੰਨਾ ਹੀ ਪੜ੍ਹਨਾ ਵਾ, ਦਾ ਫਿਜ਼ੀਕਲ ਸਿਗਨੀਫਿਕੈਂਸ ਆਫ ਡਾਇਪੋਲ, ਕਿ ਫਿਜ਼ੀਕਲ ਸਿਗਨੀਫਿਕੈਂਸ ਕੀ ਹੁੰਦਾ ਡਾਇਪੋਲ ਦਾ, ਸੈਕਿੰਡ ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਤੇ ਇਸ ਤੋਂ ਪਹਿਲਾਂ ਵੀ ਜਿਹੜਾ ਚੈਪਟਰ ਉਹ ਰਿਵਾਈਜ਼ ਕਰ ਲਓ, ਲੈਕਚਰ ਨੰਬਰ 10, 9, 10 ਇਹ 11 था ਲੈਕਚਰ, ਤਾਂ ਉਹ ਤੁਸੀਂ ਸਾਰੇ ਪਿਛਲੇ ਲੈਕਚਰ ਸੁਣ ਕੇ ਕਵਰ ਕਰ। ਓਕੇ ਬੇਟਾ, ਥੈਂਕ ਯੂ।